2018 ਦੇ ਵਿੱਚ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਲ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਨੌਕਰੀ ਜਿਹੜੀ ਮੈਂ ਤਿਆਗ ਕੇ ਉਸ ਸਮੇਂ ਤੋਂ ਹੀ ਜਿਹੜਾ ਪ੍ਰਚਾਰ ਹੈ ਲਗਾਤਾਰ ਜਿਹੜਾ ਹੁਣ ਦੇ ਸਮੇਂ ਤੱਕ ਲਗਾਤਾਰ ਜਾਰੀ ਹੈ। ਤੁਸੀਂ ਕੀ ਮੰਨ ਕੇ ਚੱਲਦੇ ਹੋ, ਸਵੇਰ ਤੋਂ ਨਿਕਲਦੇ ਹੋ, ਪ੍ਰਦਰਸ਼ਨੀ ਲਗਾਉਂਦੇ ਹੋ, ਕਿੰਨਾ ਕੁ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਗਿਆ ਜਿਹੜੇ ਰਵਾਇਤੀ ਸ਼ਸਤਰ ਆ ਉਹ ਖਰੀਦੇ ਜਾਣ? ਜਿਹੜੇ ਸ਼ਸਤਰ ਨੇ ਸਾਡੀ ਰੱਖਿਆ ਕਰਨੀ ਹੈ ਉਹ ਸਾਡੇ ਵਾਸਤੇ ਮਹਿੰਗਾ ਹੈ, ਪਰ ਹਰੇਕ ਜਿਹੜਾ ਮੋਬਾਈਲ ਬੰਦਾ ਖਰੀਦਣ ਲੱਗਿਆ ਉਹ ਕਦੇ ਨਹੀਂ ਸੋਚਦਾ ਵੀ ਇਹ ਮਹਿੰਗਾ ਹੈ। ਕੀ ਤੁਸੀਂ ਸੰਤੁਸ਼ਟ ਜੇ ਕਿ ਇੰਨੇ ਕੁ ਕਮਾਈ ਦੇ ਨਾਲ, ਇੰਨੇ ਕੁ ਰੁਜ਼ਗਾਰ ਦੇ ਨਾਲ ਘਰ ਦਾ ਖਰਚਾ ਚੱਲ ਸਕਦਾ? ਹਾਂਜੀ, ਗੁਰੂ ਸਾਹਿਬ ਦਾ ਸ਼ੁਕਰਾਨਾ ਹੈ। ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ ਪ੍ਰਚਾਰ? ਹਾਂਜੀ, ਗੁਰੂ ਸਾਹਿਬ ਕਰੇ ਕਿਰਪਾ, ਇੱਦਾਂ ਹੀ ਲਗਾਤਾਰ ਜਿਹੜੀ ਕਿਰਤ ਵੀ ਤੇ ਨਾਲ ਪ੍ਰਚਾਰ ਵੀ ਹਮੇਸ਼ਾ ਜਾਰੀ ਰਹੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਿੰਦਰ ਸਿੰਘ ਬਾੜ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਜਿਵੇਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਨਵੀਆਂ ਤਸਵੀਰਾਂ ਅਜਿਹੀਆਂ ਤੁਹਾਡੇ ਰੂਬਰੂ ਕਰਾਂਗੇ ਜਿਹੜੀਆਂ ਸਾਡੇ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦੀਆਂ ਹੋਣ। ਸੋ ਅਜਿਹੀ ਹੀ ਇੱਕ ਤਸਵੀਰ ਲੈ ਕੇ ਤੁਹਾਡੇ ਰੂਬਰੂ ਹੋਏ ਆ ਜਿਹਨੂੰ ਦੇਖ ਕੇ ਤੁਸੀਂ ਵੀ ਅਚਸ਼ ਕਰ ਉੱਠੋਗੇ। ਇੱਕ ਨੌਜਵਾਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖਸ਼ਿਆ ਹੋਇਆ ਬਾਣਾ ਤੇ ਬਾਣੀ ਦੇ ਧਾਰਨੀ ਹੋ ਕੇ ਇਸ ਨੌਜਵਾਨ ਵੱਲੋਂ ਕਿਰਤ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਤਰ੍ਹਾਂ ਦੇ ਸਿੱਖ ਇਤਿਹਾਸ ਨਾਲ ਜਿਹੜੇ ਸ਼ਸਤਰ ਸੰਬੰਧਿਤ ਨੇ, ਜਿਹੜੇ ਸਾਡੇ ਗੁਰੂ ਸਾਹਿਬ ਪੁਰਾਤਨ ਸਮਿਆਂ 'ਚ ਜੰਗਾਂ ਯੁੱਧਾਂ ਦੌਰਾਨ ਵਰਤਦੇ ਰਹੇ ਨੇ, ਉਹਨਾਂ ਸ਼ਸਤਰਾਂ ਨੂੰ ਬਣਾ ਕੇ ਵੇਚ ਕੇ ਇਹ ਨੌਜਵਾਨ ਕਿਰਤ ਕਰਦਾ ਹੈ। ਔਰ ਨਾਲ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਜਾਂ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਇਸ ਨੌਜਵਾਨ ਵੱਲੋਂ ਨਾਲ ਸਿੱਖੀ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ, ਕਥਾ ਵੀ ਕੀਤੀ ਜਾਂਦੀ ਹੈ ਔਰ ਪਿੰਡ ਜਾ ਕੇ ਲੋਕਾਂ ਨੂੰ ਗੁਰੂ ਮਹਾਰਾਜ ਦੇ ਸਿਧਾਂਤ ਤੋਂ ਜਾਣੂ ਵੀ ਕਰਵਾਇਆ ਜਾਂਦਾ। ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਤੁਹਾਡੇ ਰੂਬਰੂ ਕਰਦੇ ਹਾਂ ਕਿ ਨੌਜਵਾਨ ਦਾ ਕੀ ਮਕਸਦ ਹੈ ਔਰ ਬਾਣੇ ਤੇ ਬਾਣੀ ਦੇ ਧਾਰਨੀ ਹੋਣ ਦਾ ਇਹਨਾਂ ਨੂੰ ਕਿੱਥੋਂ ਸੇਧ ਮਿਲੀ ਆ। ਪਹਿਲਾਂ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਮੈਂ ਕਹਾਂਗਾ ਕਿ ਸਾਡੇ ਸਰੋਤਿਆਂ ਨੂੰ ਇੱਕ ਵਾਰੀ ਆਪਣਾ ਨਾਮ, ਪਤਾ ਸਾਰਾ ਵਿਸਤਾਰ 'ਚ ਦੱਸ ਦਿਓ। ਦਾਸ ਰਜਿੰਦਰ ਸਿੰਘ, ਸ਼ਸਤਰਧਾਰੀ ਕਵੀ, ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਰਹਿਣ ਵਾਲਾ ਹਾਂ ਜੀ ਮੈਂ। ਤੇ ਨਾਲ ਆਪਾਂ ਗੁਰੂ ਘਰ ਦੇ ਕਵੀ ਹੈ ਜੀ, ਨਾਲ ਸ਼ਸਤਰਧਾਰੀ ਕਵੀ ਹੈ ਤੇ ਨਾਲ ਸ਼ਸਤਰਧਾਰੀ ਕਵੀ ਦੇ ਨਾਲ ਕਿਰਤ ਵੀ ਆਪ ਨਾਲ ਜਿਹੜੀ ਉਹ ਕਰਦੇ ਹਾਂ। ਬਾਬਾ ਜੀ, ਇੱਕ ਪਹਿਲਾਂ ਆਪਣੀ ਉਮਰ ਇਸ ਵੇਲੇ ਕਿੰਨੀ ਹੋ ਚੁੱਕੀ ਹੈ? ਮੇਰੀ ਉਮਰ ਲਗਭਗ ਵੀਰ ਜੀ 27 ਸਾਲ ਜੀ। ਤੇ ਕਿੱਥੋਂ ਇਹ ਸੇਧ ਮਿਲੀ ਆ, ਕਦੋਂ ਇਹ ਅਨੁਭਵ ਹੋਇਆ ਆਪਣੇ ਮਨ ਨੂੰ ਕਿ ਮੈਂ ਜਿਹੜੇ ਸ਼ਸਤਰ ਆ ਇਹ ਵੇਚ ਕੇ ਜਿਹੜੀ ਕਿਰਤ ਵੀ ਕਰ ਸਕਦਾ ਤੇ ਨਾਲ ਗੁਰਬਾਣੀ ਦਾ ਪ੍ਰਚਾਰ ਵੀ ਆਰੰਭਿਆ ਜਾ ਸਕਦਾ? 2018 ਦੇ ਵਿੱਚ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਲ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਨੌਕਰੀ ਜਿਹੜੀ ਮੈਂ ਤਿਆਗ ਕੇ ਉਸ ਸਮੇਂ ਤੋਂ ਹੀ ਜਿਹੜਾ ਪ੍ਰਚਾਰ ਹੈ ਲਗਾਤਾਰ ਜਿਹੜਾ ਹੁਣ ਦੇ ਸਮੇਂ ਤੱਕ ਲਗਾਤਾਰ ਜਾਰੀ ਹੈ। ਇਹ 2018 ਦੀ ਤੁਸੀਂ ਗੱਲ ਕਰ ਰਹੇ ਹੋ? ਹਾਂਜੀ। ਮੈਂ ਇਹ ਸਵਾਲ ਕੀਤਾ ਸੀ ਕਿ ਬਾਣਾ ਤੇ ਬਾਣੀ ਦੇ ਧਾਰਨੀ ਹੋਣ ਦਾ ਜਿਹੜਾ ਕਿੱਥੋਂ ਸੇਧ ਮਿਲੀ ਤੁਹਾਨੂੰ? ਬਾਣੀ ਅਤੇ ਬਾਣੇ ਦਾ ਧਾਰਨੀ ਹੋਣ ਦੀ ਸੇਧ ਜਿਹੜੀ ਹੈ ਉਹ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਅਸਥਾਨ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ। ਉੱਥੇ ਹਰ ਰੋਜ਼ ਸੰਗਤੀ ਰੂਪ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਸੀ। ਉਸ ਸਮੇਂ ਤੋਂ ਉੱਥੇ ਹੀ ਜਿਹੜਾ ਇਹ ਉੱਥੇ ਤੋਂ ਹੀ ਸੇਧ ਮੈਨੂੰ ਮਿਲੀ ਹੈ ਜੀ। ਇਹ ਜਿਹੜੇ ਸ਼ਸਤਰ ਆ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਕਿਸੇ ਕੋਲ ਖਰੀਦਦੇ ਹੋ ਤੁਸੀਂ? ਇਹ ਕੁਝ ਕੁ ਸ਼ਸਤਰ ਆਪ ਵੀ ਤਿਆਰ ਕਰਦੇ ਆ ਜੀ, ਕੁਝ ਕੁ ਜਿਹੜੇ ਅੱਗੇ ਆਪਣੇ ਨਿਹੰਗ ਸਿੰਘ ਨੇ ਜਿਹੜੇ ਕਿਰਤ ਕਰਦੇ ਨੇ ਉਹਨਾਂ ਵੱਲੋਂ ਇਹ ਸ਼ਸਤਰ ਤਿਆਰ ਕੀਤੇ ਜਾਂਦੇ ਆ, ਉਹਨਾਂ ਵੱਲੋਂ ਹੀ ਲਿਆ ਕੇ ਅੱਗੇ ਦਾਸ ਜਿਹੜੀ ਕਿਰਤ ਕਰਦਾ ਹੈ। ਸੋ ਬਾਬਾ ਜੀ, ਮੈਂ ਕੀਰਤਨਾਂ ਤੇ ਗੁਰਬਾਣੀ ਨਾਲ ਸੰਬੰਧਿਤ ਹੋਰ ਵੀ ਤੁਹਾਡੇ ਨਾਲ ਸਵਾਲ ਜਵਾਬ ਕਰਾਂਗਾ, ਜਾਣਕਾਰੀ ਤੁਹਾਡੇ ਕੋਲ ਲਵਾਂਗੇ ਜੀ। ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਦੱਸ ਦਿਓ ਕਿੰਨੀ ਕਿਸਮ ਦੇ ਸ਼ਸਤਰ ਨੇ ਤੇ ਕਿਹੜੇ ਸ਼ਸਤਰ ਨੇ ਜਿਹੜੇ ਸਾਡੇ ਸਿੰਘ ਨੇ ਪੁਰਾਤਨ, ਉਹ ਕੀ ਨਾਂ ਲੈ ਕੇ ਇਹਨਾਂ ਨੂੰ ਸੰਬੋਧਨ ਹੁੰਦੇ ਸੀ ਤੇ ਅੱਜ ਦੀ ਜਿਹੜੀ ਪੀੜ੍ਹੀ ਹੈ ਕਿਵੇਂ ਇਹਨਾਂ ਨੂੰ ਜਾਣਦੀ ਹੈ ਜਾਂ ਕਿਵੇਂ ਇਹਨਾਂ ਦੀ ਪਛਾਣ ਕਰੇ? ਇਹ ਕੁਝ ਕੁ ਰਵਾਇਤੀ ਸ਼ਸਤਰ ਨੇ, ਆਪ ਜੀ ਦਰਸ਼ਨ ਦੀਦਾਰੇ ਕਰੋ। ਤੇ ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਦਾ ਹਾਂ ਜੀ, ਇਹ ਬਾਣੀ ਦੇ ਵਿੱਚ ਵਚਨ ਆਉਂਦਾ ਹੈ, ਬਿਨਾ ਤੇਗ ਤੀਰੰਗ ਰਹੇ ਨਾਹੀ ਭਾਈ। ਕਲਗੀਧਰ ਪਾਤਸ਼ਾਹ ਜੀ ਦਾ ਵਚਨ ਆਉਂਦਾ, ਬਿਨਾ ਤੇਗ ਤੀਰੰਗ ਰਹੇ ਨਾਹੀ ਭਾਈ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦਰਸ਼ਨ ਦੀਦਾਰੇ ਕਰਵਾਉਂਦਾ ਤੇਗ ਜੀ। ਇਹ ਤੇਗ ਆ ਜੀ, ਤੇਗ ਸ਼ਸਤਰ ਹੈ। ਇਸ ਨੂੰ ਤੇਗ ਬੋਲਿਆ ਜਾਂਦਾ? ਹਾਂਜੀ, ਤੇਗ ਸ਼ਸਤਰ ਬੋਲਿਆ ਜਾਂਦਾ ਹੈ। ਇਹ ਸਰਬਲੋਹ ਦੀ ਤਿਆਰ ਹੋਈ ਹੈ? ਹਾਂਜੀ, ਸਰਬਲੋਹ ਦੀ ਜੀ। ਇਹ ਸਾਰੇ ਸ਼ਸਤਰ ਜਿਹੜੇ ਸਰਬਲੋਹ ਦੇ ਤਿਆਰ ਹੋਏ ਨੇ? ਇਹ ਲਗਭਗ ਸਾਰੇ ਜਿੰਨੇ ਵੀ ਮੇਰੇ ਕੋਲ ਸ਼ਸਤਰ ਨੇ ਸਾਰੇ ਹੀ ਸਰਬਲੋਹ ਦੇ ਨੇ। ਇਹਨਾਂ ਨੂੰ ਕੀ ਬੋਲਦੇ ਆ ਜਿਹੜਾ ਸ਼ਸਤਰ? ਇਹ ਸ਼ਸਤਰ ਨੂੰ ਗੋਲੀਆ ਸ਼ਸਤਰ ਬੋਲਿਆ ਜਾਂਦਾ ਹੈ ਜੀ, ਗੋਲੀਆ ਸ਼ਸਤਰ ਜੀ। ਦੂਸਰਾ ਜਿਹੜਾ ਜੀ? ਉਸ ਤੋਂ ਬਾਅਦ ਆਜੋ ਸੰਗਤ ਜੀ, ਇਸ ਸ਼ਸਤਰ ਨੂੰ ਵੀ ਜਿਹੜਾ ਗੋਲੀਆ ਸ਼ਸਤਰ ਹੀ ਬੋਲਿਆ ਜਾਂਦਾ ਹੈ।
ਜਿਹੜਾ ਮੁੱਠੇ ਦੇ ਬਣਤਰ ਦਾ ਫਰਕ ਹੈ ਥੋੜਾ ਜਿਹਾ ਕੁ। ਇਹ ਗੋਲੀਆਂ ਕਿੰਨੀ ਕਿਸਮ ਦਾ ਹੁੰਦਾ ਹੈ ਜੀ, ਉਹ ਅੰਦਾਜ਼ਾ ਹੈ ਇਹਦੇ ਬਾਰੇ? ਗੋਲੀਆਂ ਵੀਰ ਜੀ ਲਗਭਗ ਕਿਸਮਾਂ ਕਈ ਨੇ ਇਹਦੀਆਂ, ਕਿਉਂਕਿ ਜਦੋਂ ਜਦੋਂ ਇਹਦੇ ਮੁੱਠੇ ਦੇ ਵਿੱਚ ਆਪਾਂ ਫਰਕ ਪਾਈ ਜਾਂਦੇ ਆ, ਕਈ 2 ਫੁੱਟ ਦੇ ਹੁੰਦੇ, ਕਈ 2.5 ਫੁੱਟ ਦੇ ਹੁੰਦੇ, ਕਈ 3 ਫੁੱਟ ਦੇ, ਕਈ 3.5 ਫੁੱਟ ਦੇ ਵੀ ਗੋਲੀਏ ਹੁੰਦੇ ਨੇ। ਤੇ ਦੂਸਰਾ ਮੈਂ ਆਪ ਜੀ ਨੂੰ ਬਾਣੀ ਦੇ ਬਾਬਤ ਬਚਨ ਕਰਦਾ ਪਿਆ ਸੀ ਕਿ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਬਿਨਾ ਤੇਗ ਤੀਰੰਗ ਰਹੇ ਨਾਹੀ ਭਾਈ, ਬਿਨਾ ਸ਼ਸਤਰ ਕੇਸੰਗ ਨਰੰਗ ਭੇੜ ਜਾਨੋ, ਗਹੇ ਕਾਨ ਤਾਂ ਕੋ ਕਿਤੇ ਲੈ ਸਿਧਾਨੋ, ਇਹ ਹੈ ਮੋਰ ਆਗਿਆ ਸੁਣ ਲਿਓ ਪਿਆਰੇ, ਬਿਨਾ ਤੇਗ ਕੇਸੰਗ ਨਾ ਦੇਵੋ ਦੀਦਾਰੇ। ਇਹ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਬਿਨਾ ਤੇਗ ਤੀਰੰਗ। ਇਹ ਤੇਗ ਦੇ ਆਪ ਜੀ ਨੂੰ ਪਹਿਲਾਂ ਦਰਸ਼ਨ ਕਰਵਾਏ ਹਨ, ਹੁਣ ਤੀਰ ਕਮਾਨ ਜੀ ਇਹ ਆਪ ਜੀ ਦਰਸ਼ਨ ਦੀਦਾਰੇ ਕਰੋ। ਤੀਰ ਕਮਾਨ ਜੀ, ਤੀਰ ਕਮਾਨ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਸ ਸਮੇਂ ਗੋਲਾ ਬਰਦੂਤ ਬਹੁਤ ਘੱਟ ਸੀ, ਦੁਸ਼ਮਣ ਨੂੰ ਆਪਣੇ ਨੇੜੇ ਆਉਣ ਤੋਂ ਰੋਕਣ ਦੇ ਲਈ ਤੀਰ ਕਮਾਨ ਦੀ ਵਰਤੋਂ ਕੀਤੀ ਜਾਂਦੀ ਸੀ। ਦੂਸਰਾ ਸੰਗਤ ਜੀ ਆਪ ਜੀ ਦੀ ਜਾਣਕਾਰੀ ਦੇ ਲਈ, ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਤੀਰ ਕਮਾਨ ਸੀ ਉਹ 9 ਟੰਕੀ ਸੀ ਜੀ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪਾਉਂਡ ਭਾਵ 2 ਕੁਆਂਟਲ 25 ਕਿਲੋ ਵਜ਼ਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਜਿੰਨਾ ਸੰਗਤ ਜੀ 2 ਕੁਆਂਟਲ 25 ਕਿਲੋ ਵਜ਼ਨ ਨੂੰ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਨਾ ਜਿਹੜਾ ਕਲਗੀਧਰ ਪਾਤਸ਼ਾਹ ਜੀ ਦੀ ਕਮਾਨ ਸੀ ਉਹਨੂੰ ਖਿੱਚਣ ਨੂੰ ਜ਼ੋਰ ਲੱਗਦਾ ਸੀ ਜੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦੇ ਸੀ, ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦੇ ਸੀ। ਇਹ ਮਹਾਂਪੁਰਸ਼ ਅਗਲਾ ਕਿਹੜਾ ਸ਼ਸਤਰ ਹੈ? ਇਹ ਸੰਗਤ ਜੀ ਖੰਡਾ ਸ਼ਸਤਰ ਹੈ ਜੀ, 2 ਧਾਰਾ ਸ਼ਸਤਰ ਹੈ। ਕੀ ਬੋਲਦੇ ਇਹਨਾਂ ਨੂੰ? ਇਹ ਸੰਗਤ ਜੀ ਇਹਨੂੰ ਖੰਜਰ ਸ਼ਸਤਰ ਬੋਲਿਆ ਜਾਂਦਾ ਹੈ ਜੀ। ਇਸ ਤੋਂ ਜਿਹੜਾ ਅੱਗੇ ਪਿਆ ਜੀ, ਅੱਗੇ ਸੰਗਤ ਜੀ ਕਟਾਰ ਸ਼ਸਤਰ ਹੈ ਜੀ। 2 ਧਾਰਾ ਸ਼ਸਤਰ ਹੈ, ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਵਰਤਦੇ ਰਹੇ ਹਨ। ਉਸ ਤੋਂ ਬਾਅਦ ਸੰਗਤ ਜੀ ਆਜੋ ਸਾਡੇ ਰਵਾਇਤੀ ਜਿਹੜੇ ਸ਼ਸਤਰ ਨੇ ਇਹ ਸੰਗਤ ਜੀ ਸੰਜੋਗ ਗਰਦਨ ਦੀ ਰਾਖੀ ਲਈ ਜੰਗ ਦੇ ਸਮੇਂ ਪਹਿਨਿਆ ਜਾਣ ਵਾਲਾ ਲੋਹੇ ਦਾ ਪੋਸ਼ਾਕਾ। ਸਾਡੇ ਜਰਨੈਲ ਸਨ, ਉਹ ਇਹ ਜੰਗੀ ਪੋਸ਼ਾਕ ਪਹਿਨ ਕੇ ਜਿਹੜੀ ਜੰਗ ਦੇ ਵਿੱਚ ਜੂਝਿਆ ਕਰਦੇ ਸਨ। ਸੰਜੋਗ ਜੀ ਗਰਦਨ ਦੀ ਰਾਖੀ ਲਈ ਜੰਗ ਦੇ ਸਮੇਂ ਪਹਿਨਿਆ ਜਾਣ ਵਾਲਾ ਲੋਹੇ ਦਾ ਪੋਸ਼ਾਕਾ। ਇਕੱਠੇ ਫੜ ਲਓ ਜਿਹੜੇ 3 ਆ ਤਾਂ ਇਹ 3 ਜਿਹੜੇ ਆ ਨਾ, ਇਹ ਤਿੰਨਾਂ ਦੇ ਵੀ ਦਰਸ਼ਨ ਕਰਾ ਦਿਓ। ਇੱਕ ਉਹ ਪਰਲੀ ਸਾਈਡ ਤੇ ਪਿਆ, ਉਹ ਵੀ ਨਾਲ ਹੀ। ਹਾਂਜੀ, ਇਹਨਾਂ ਨੂੰ ਕੀ ਬੋਲਦੇ ਆ? ਸੰਗਤ ਜੀ ਇਹ ਖੰਜਰ ਸ਼ਸਤਰ ਹਨ, ਜਿਹੜੇ ਕਿ ਜਿਹੜੀ ਦੁਸ਼ਮਣ ਦੇ ਇਹ ਸੰਜੋਗ ਪਾਈ ਹੁੰਦੀ ਹੈ ਉਹਨੂੰ ਤੋੜਨ ਦੇ ਕੰਮ ਆਉਂਦੇ ਹਨ ਜੀ। ਜਿਸ ਤਰ੍ਹਾਂ ਇਦਾਂ ਨਾ ਮਾਰਾਂਗੇ, ਇਹ ਸੰਜੋਗ ਨੂੰ ਤੋੜ ਕੇ ਗਰਦਨ ਦੇ ਆਰ ਪਾਰ ਨਿਕਲ ਜਾਏਗਾ ਜੀ। ਖੰਜਰ ਸ਼ਸਤਰ ਇਹਨੂੰ ਢਾਲ ਬੋਲਦੇ ਆ ਜੀ। ਹਾਂਜੀ, ਇਹ ਢਾਲ ਸ਼ਸਤਰ ਹੈ ਜੀ। ਢਾਲ ਤੇ ਕਿਰਪਾਨ, ਢਾਲ ਤੇ ਕਿਰਪਾਨ ਇਹ ਢਾਲ ਸ਼ਸਤਰ ਹੈ। ਜਦੋਂ ਦੁਸ਼ਮਣ ਸਾਡੇ ਉੱਤੇ ਵਾਰ ਕਰੇ, ਦੁਸ਼ਮਣ ਦਾ ਵਾਰ ਰੋਕਣ ਦੇ ਲਈ ਇਹ ਜਿਹੜਾ ਢਾਲ ਸ਼ਸਤਰ ਵਰਤਿਆ ਜਾਂਦਾ ਹੈ। ਤੇ ਬਾਬਾ ਜੀ ਇਹ ਵੀ ਦੱਸੋ ਕਿ ਤੁਹਾਡੀ ਜਾਣਕਾਰੀ ਦੇ ਅਨੁਸਾਰ ਕੁੱਲ ਕਿੰਨੀ ਕਿਸਮ ਦੇ ਸ਼ਸਤਰ ਆ ਜਿਹੜੇ ਪੁਰਾਤਨ ਸਿੰਘ ਵਰਤਦੇ ਹੁੰਦੇ ਸੀ? ਮੇਰੀ ਜਾਣਕਾਰੀ ਦੇ ਬਾਬਤ ਜੀ ਸ਼ਸਤਰ ਹਨ ਜੀ, ਜਿਸ ਤਰ੍ਹਾਂ ਬੰਦੂਕ ਅਸਤਰਾਂ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਬਾਗ ਨਖਾ ਸ਼ਸਤਰ, ਪੇਟੀ ਸ਼ਸਤਰ, ਕਬਚ ਸ਼ਸਤਰ ਬਾਹਾਂ ਦੇ ਉੱਪਰ ਜਿਹੜੇ ਲੱਗਦੇ ਹਨ, ਗੋਡਿਆਂ ਦੇ ਉੱਪਰ ਲੱਗਦੇ ਹਨ ਕਬਚ ਸ਼ਸਤਰ। ਤੇ ਸੰਗਤ ਜੀ ਢਾਲ ਸ਼ਸਤਰ, ਕਿਰਪਾਨ ਸ਼ਸਤਰ, ਕਟਾਰ ਸ਼ਸਤਰ, ਖੰਜਰ ਸ਼ਸਤਰ, ਬੇਅੰਤ ਸ਼ਸਤਰ ਨੇ ਜੀ। ਠੀਕ ਹੈ। ਇਹ ਕਿੰਨੀ ਕੁ ਜਿਹੜੀ ਇਨਕਮ ਹੈ ਤੋਂ ਹੋ ਜਾਂਦੀ ਹੈ? ਤੁਸੀਂ ਕੀ ਮੰਨ ਕੇ ਚੱਲਦੇ ਹੋ? ਸਵੇਰ ਤੋਂ ਨਿਕਲਦੇ ਹੋ, ਪ੍ਰਦਰਸ਼ਨੀ ਲਗਾਉਂਦੇ ਹੋ, ਕਿੰਨਾ ਕੁ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਗਿਆ ਜਿਹੜੇ ਰਵਾਇਤੀ ਸ਼ਸਤਰ ਆ ਉਹ ਖਰੀਦੇ ਜਾਣ? ਕੁਝ ਕੁ ਤਾਂ ਸਿੰਘ ਨੇ ਜੀ ਸੰਗਤੀ ਰੂਪ ਦੇ ਵਿੱਚ ਜਿਹੜੇ ਸ਼ਸਤਰ ਖਰੀਦਦੇ ਹਨ, ਜਿੰਨੀ ਉਹਨਾਂ ਨੂੰ ਮਾਇਆ ਜੀ ਆਪਾਂ 1500 ਕਹਿੰਦੇ ਆ, ਉਹ 1300 ਜਾਂ 1400 ਦੇ ਕੇ ਸ਼ਸਤਰ ਖਰੀਦ ਲੈ ਜਾਂਦੇ ਹਨ। ਪਰ ਕਈ ਇਦਾਂ ਦੇ ਸਿੰਘ ਵੀ ਹੁੰਦੇ ਜਿਹੜੇ ਕਿ ਸ਼ਸਤਰ ਜਿਹਨਾਂ ਨੂੰ ਮਹਿੰਗਾ ਲੱਗਦਾ ਏ। ਪਰ ਮੈਂ ਇੱਕ ਉਹਨਾਂ ਨੂੰ ਸਵਾਲ ਕਰੇ ਕਰਦਾ ਵੀ ਜਿਹੜੇ ਸ਼ਸਤਰ ਨੇ ਸਾਡੀ ਰੱਖਿਆ ਕਰਨੀ ਹੈ ਉਹ ਸਾਡੇ ਵਾਸਤੇ ਮਹਿੰਗਾ ਹੈ, ਪਰ ਹਰੇਕ ਜਿਹੜਾ ਮੋਬਾਈਲ ਬੰਦਾ ਖਰੀਦਣ ਲੱਗਿਆ ਉਹ ਕਦੇ ਨਹੀਂ ਸੋਚਦਾ ਵੀ ਇਹ ਮਹਿੰਗਾ ਹੈ। ਜਿਹੜੇ ਮਰਜ਼ੀ ਵਿਅਕਤੀ ਨੂੰ ਪੁੱਛ ਕੇ ਦੇਖ ਲਓ, ਘੱਟ ਤੋਂ ਘੱਟ 10,000 ਦਾ ਫੋਨ ਹੈ ਜੀ ਹਰੇਕ ਕੋਲ। ਕਰੇਜ ਹੈ ਲੋਕਾਂ ਦੇ ਵਿੱਚ, ਸਿੱਖ ਕੌਮ ਦੇ ਵਿੱਚ ਸ਼ਸਤਰ ਖਰੀਦਣ ਨੂੰ ਲੈ ਕੇ? ਸ਼ਸਤਰ ਖਰੀਦਣ ਦੇ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਨੌਜਵਾਨ ਪੀੜ੍ਹੀ ਦੇ ਅੰਦਰ ਬਹੁਤ ਜ਼ਿਆਦਾ ਹੈ ਜੀ। ਇਹ ਤੀਰ ਕਮਾਨ ਦੀ ਕੀ ਕੀਮਤ ਹੋਏਗੀ?
ਇਸ ਤੀਰ ਕਮਾਨ ਦੀ ਕੀਮਤ ਵੀਰ ਜੀ 10,000 ਰੁਪਏ ਦੀ ਕਿੱਟ ਹੈ ਜੀ ਪੂਰੀ, ਇਹ ਜਿਹੜੀ ਸਪੋਰਟਸ ਦੇ ਲਈ ਵਰਤੀ ਜਾਂਦੀ ਹੈ। ਇਹ ਕਿੰਨੇ ਇਹਦੇ ਨਾਲ ਕੀ ਕੀ ਮਿਲਦਾ? ਇੱਕ ਤੇ ਤੀਰ ਕਮਾਨ ਹੋ ਗਿਆ, ਨਾਲ ਤੀਰ ਵੀ ਹੋਏ। ਇਹ ਕਮਾਨ ਦੇ ਨਾਲ ਜੀ ਇਹ ਬੈਲਸ ਵਾਸਤੇ ਰਾਡ ਹੁੰਦੀ ਹੈ। ਉਸ ਤੋਂ ਬਾਅਦ ਸੰਗਤ ਜੀ ਇਹ ਸਟੈਂਡ ਹੁੰਦਾ ਹੈ। ਉਸ ਤੋਂ ਬਾਅਦ ਆ ਜੋ ਇਹ ਟਾਰਗੇਟ ਹੋ ਗਿਆ, ਫਿਰ ਆਰਮ ਗਾਰਡ ਹੋ ਗਿਆ, ਫਿਰ ਮੋਢੇ ਦਾ ਗਾਰਡ ਹੋ ਗਿਆ, ਫਿਰ ਦਸਤਾਨਾ ਹੋ ਗਿਆ ਇੱਕ ਲੈਦਰ ਦਾ ਤੰਦੀ ਨੂੰ ਖਿੱਚਣ ਵਾਸਤੇ। ਉਸ ਤੋਂ ਬਾਅਦ ਪੱਥਾ ਹੋ ਗਿਆ, ਪੱਥੇ ਦੇ ਵਿੱਚ ਤੀਰ ਹੋਣਗੇ, 10 ਤੀਰ ਹੋਣਗੇ। ਉਸ ਤੋਂ ਬਾਅਦ ਵੱਡੀ ਕਿੱਟ ਹੁੰਦੀ ਹੈ ਜੀ। ਤੇ ਬਾਬਾ ਜੀ ਕਿੱਥੋਂ ਕਿੱਥੋਂ ਦਾ ਜਿਹੜਾ ਆਪਾਂ ਇਹ ਟੂਰ ਲਾ ਚੁੱਕੇ ਆ, ਕਿੱਥੇ ਕਿੱਥੇ ਪ੍ਰਦਰਸ਼ਨੀ ਇਹਦੀ ਆਪਾਂ ਲਗਾ ਚੁੱਕੇ ਆ ਪੂਰੇ ਭਾਰਤ ਦੇ ਵਿੱਚ? ਇਹ ਸ਼ਸਤਰਾਂ ਦੀ ਜਿਹੜੀ ਪ੍ਰਦਰਸ਼ਨੀ ਹੈ ਜੀ, ਪਹਿਲਾਂ 10 ਪ੍ਰੈਕਟੀਕਲੀ ਸ਼ਸਤਰ ਸਰੀਰ ਤੇ ਧਾਰਨ ਕਰਕੇ ਨੇਪਾਲ ਤੱਕ, ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਜੰਮੂ ਕਸ਼ਮੀਰ ਤੇ ਬੇਅੰਤ ਹੀ ਜਿਹੜੇ ਨਗਰ ਨੇ ਜਿਨ੍ਹਾਂ ਦੇ ਅੰਦਰ ਪਿੰਡਾਂ ਸ਼ਹਿਰਾਂ ਦੇ ਵਿੱਚ ਮੈਨੂੰ ਜਾਣ ਦਾ ਸਮਾਂ ਪ੍ਰਾਪਤ ਹੋਇਆ ਜੀ। ਕੀ ਮਕਸਦ ਕੀ ਆ ਮੇਨ, ਕਿ ਅੱਗੇ ਕਿਸ ਚੀਜ਼ ਨੂੰ ਪ੍ਰਮੋਟ ਕਰਨਾ ਹੈ ਸ਼ਸਤਰ ਲੈ ਕੇ? ਮੇਰਾ ਮੇਨ ਮਕਸਦ ਹੈ ਵੀਰ ਜੀ ਇਹੀ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਨੂੰ ਛੱਡ ਕੇ, ਮਾੜੇ ਕੰਮਾਂ ਨੂੰ ਛੱਡ ਕੇ ਆਪਦੀ ਕਿਰਤ ਕਰਨ ਤੇ ਆਪਦੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਨ। ਮਾੜੇ ਕੰਮ ਹਮੇਸ਼ਾ ਜਿਹੜੇ ਉਹ ਕਰਦੇ ਨੇ ਉਹ ਛੱਡ ਦੇਣ। ਤੁਹਾਨੂੰ ਵੀ ਲੱਗਦਾ ਜੇ ਨੌਜਵਾਨ ਇਹ ਤੁਹਾਡੇ ਵਰਗਾ ਰੁਜ਼ਗਾਰ ਵੀ ਨਾਲ ਅਪਣਾਉਂਦੇ ਆ ਤੇ ਉਹਨਾਂ ਦਾ ਇਨਕਮ ਦਾ ਸੋਰਸ ਵਧੀਆ ਬਣ ਸਕਦਾ ਹੈ? ਸਿੱਖ ਨੌਜਵਾਨ ਜਿਹੜੇ ਰੱਖਦੇ ਚਾਹਤ ਗੁਰੂ ਪ੍ਰਤੀ। ਹਾਂਜੀ, ਜਿਹੜੇ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਨੇ ਉਹ ਆਪਦੀ ਜਿਹੜੀ ਜਿਵੇਂ ਕਛਹਿਰੇ ਹੋ ਗਏ, ਬਾਣੇ ਹੋ ਗਏ, ਗਾਤਰੇ ਹੋ ਗਏ, ਖਜ਼ਾਨੇ ਹੋ ਗਏ, ਜਿਹੜੇ ਹੋਰ ਵੀ ਸਾਡੇ ਰਵਾਇਤੀ ਸ਼ਸਤਰ ਨੇ ਜਾਂ ਸਰਬਲੋ ਦੇ ਕੜੇ ਸਿਮਰ ਨੇ, ਬੇਅੰਤ ਹੀ ਸਾਡਾ ਸਿੱਖ ਧਰਮ ਦੇ ਨਾਲ ਸੰਬੰਧਿਤ ਸ਼ਸਤਰ ਵਸਤਰ ਹੈ ਜੋ ਅਸੀਂ ਆਪਣੇ ਹੱਥੀਂ ਬਣਾ ਕੇ ਅੱਗੇ ਸੇਲ ਕਰ ਸਕਦੇ ਹਾਂ। ਇਹ ਹੋਰ ਕਿੱਥੋਂ ਕਿੱਥੋਂ ਤੱਕ ਆਪਣਾ ਮਕਸਦ ਆ ਕਿ ਕਿੱਥੋਂ ਕਿੱਥੋਂ ਤੱਕ ਇਹ ਸ਼ਸਤਰਾਂ ਦੀ ਜਿਹੜੀ ਕਲਾ ਆ ਜਾਣਕਾਰੀ ਪਹੁੰਚਾਈ ਜਾਵੇ? ਕਿਹੜੇ ਭਾਰਤ ਦੇ ਕੋਨੇ ਹੋ ਰਹਿ ਗਏ ਨੇ ਜਿਨ੍ਹਾਂ ਤੱਕ ਅਜੇ ਵੀ ਲੋੜ ਆ ਪਹੁੰਚਣ ਦੀ ਤੁਹਾਨੂੰ? ਬੇਅੰਤ ਇੱਦਾਂ ਦੇ ਸ਼ਹਿਰ ਨੇ ਜਿਨ੍ਹਾਂ 'ਚ ਹਾਲੇ ਸ਼ਸਤਰਾਂ ਬਾਰੇ ਬਹੁਤ ਘੱਟ ਹੀ ਜਾਣਕਾਰੀ। ਜਿਸ ਤਰ੍ਹਾਂ ਮੈਂ ਗਿਆ ਸੀ, ਸਿੱਖਨਪੁਰਾ ਪਿੰਡ ਹੈ ਨੇਪਾਲ ਦੇ ਅੰਦਰ, ਨੇਪਾਲ ਕਾਠਮੰਡੂ ਦੇ ਵਿੱਚ ਸਿੱਖਨਪੁਰਾ ਪਿੰਡ ਹੈ। ਉੱਥੋਂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਸ਼ਸਤਰਾਂ ਦੀ ਜਾਣਕਾਰੀ ਬਹੁਤ ਹੀ ਘੱਟ ਹੈ। ਤੇ ਬਾਬਾ ਜੀ ਤੁਹਾਡੇ ਬਾਰੇ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮਿਲੀ ਹੋਣੀ ਹੈ, ਕਿਉਂਕਿ ਤੁਹਾਡੀਆਂ ਖਬਰਾਂ ਵਾਇਰਲ ਹੋਈਆਂ, ਤੁਸੀਂ ਦੱਸਿਆ ਸੀ। ਹਾਂਜੀ। ਕੋ SGPC ਵੱਲੋਂ ਕੋਈ ਸਹਿਯੋਗ ਮਿਲਿਆ ਹੋਵੇ, ਸਿੱਖ ਸੰਸਥਾ ਵੱਲੋਂ ਤੁਹਾਡੇ ਜਜ਼ਬੇ ਨੂੰ, ਤੁਹਾਡੀ ਕਿਰਤ ਨੂੰ ਵੇਖ ਕੇ ਤੁਹਾਨੂੰ ਕੋਈ ਮਾਣ ਸਨਮਾਨ ਮਿਲਿਆ ਹੋਵੇ? ਅੱਜ ਤੱਕ ਮੈਨੂੰ ਕਿਸੇ ਜਥੇਬੰਦੀ ਨੇ ਜਾਂ ਕਹਿ ਲਓ ਕਿਸੇ ਵੀ ਵੱਡੇ ਅਹੁਦਿਆਂ ਦੇ ਮਾਲਕਾਂ ਨੇ, ਜਥੇਦਾਰਾਂ ਨੇ, ਕਿਸੇ ਨੇ ਮੈਨੂੰ ਹਾਲੇ ਤੱਕ ਕੋਈ ਸਪੋਰਟ ਨਹੀਂ ਕੀਤੀ ਜੀ। ਕੀ ਤੁਸੀਂ ਇਹ ਮੰਗ ਕਰਦੇ ਹੋ ਕਿ SGPC ਵਰਗੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਨੇ ਕੌਮ ਦੀਆਂ, ਸੁਪਰੀਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ, ਉਹਨਾਂ ਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਸਮੇਂ-ਸਮੇਂ ਸਿਰ ਬਾਂਹ ਫੜਨ ਦੀ ਲੋੜ ਹੈ? ਹਾਂਜੀ, ਇਹ ਸਾਡੇ ਜਥੇਦਾਰਾਂ ਨੂੰ ਸਾਰੇ ਹੀ ਸਤਿਕਾਰਯੋਗ ਨੇ। ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਖਾਸ ਕਰਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਜਿਹੜੀ ਸਾਡੀ ਪੌਦ ਹੈ, ਨਵੀਂ ਪਨੀਰੀ ਹੈ, ਉਹਨੂੰ ਅਸੀਂ ਸਾਂਭਣ ਦਾ ਯਤਨ ਕਰੀਏ। ਉਹਨਾਂ ਨੂੰ ਜੇ ਕੋਈ ਕਵੀਸ਼ਰੀ ਸਿੱਖਣੀ ਚਾਹੁੰਦਾ ਹੈ ਜਾਂ ਕੋਈ ਕਥਾਵਾਚਕ ਬਣਨਾ ਚਾਹੁੰਦਾ ਹੈ, ਕੋਈ ਢਾਡੀ ਬਣਨਾ ਚਾਹੁੰਦਾ ਹੈ, ਉਹਨਾਂ ਨੂੰ ਨਿਸ਼ਕਾਮ ਜਿਹੜੀ ਇਹਦੀ ਗੁਰਮਤਿ ਦੀ ਵਿੱਦਿਆ ਦੇ ਕੇ ਉਹਨਾਂ ਨੂੰ ਵੱਧ ਤੋਂ ਵੱਧ ਸਟੇਜਾਂ ਦੇ ਉੱਪਰ ਜਿਹੜੀ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਤਾਂ ਜੋ ਆਪਣੇ ਆਪ ਨੂੰ ਜਿਹੜਾ ਉਹਨਾਂ ਦੇ ਅੰਦਰ ਗੁਣ ਹੈ ਉਹਨੂੰ ਸੰਗਤਾਂ ਦੇ ਮੂਹਰੇ ਰੱਖਿਆ ਜਾਵੇ। ਜਿਸ ਤਰ੍ਹਾਂ ਮੈਂ ਵੀ ਸ਼ਸਤਰਧਾਰੀ ਕਵੀ ਹਾਂ, ਮੈਨੂੰ ਪਰ ਜਿਹੜੀ ਸਟੇਜ ਬਹੁਤ ਹੀ ਘੱਟ ਮਿਲਦੀ ਹੈ। ਮੈਂ ਮੀਡੀਆ ਰਾਹੀਂ ਜਿਹੜਾ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਕੋਸ਼ਿਸ਼ ਕਰਦਾ ਵੀ ਨਿਹਾਲ ਕਰਾਂ। ਠੀਕ ਹੈ ਜੀ। ਸੋ ਤੁਹਾਡਾ ਜਿਹੜਾ ਕਿਰਤ ਦਾ ਰੁਜ਼ਗਾਰ ਆ ਜੀ, ਕਿੰਨੀ ਕੁ ਇਹਦੇ ਵਿੱਚੋਂ ਜਿਹੜੀ ਆ ਆਮਦਨ ਹੋ ਜਾਂਦੀ ਆ ਪਰ ਡੇ? ਕੁਝ ਇਹਦੇ ਬਾਰੇ ਵੀ ਦੱਸੋਗੇ? ਇਹਦੇ ਵਿੱਚ ਵੀਰ ਜੀ ਇੱਦਾਂ ਕਿ ਜੇ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਹੀ ਸ਼ਸਤਰ ਸੇਲ ਹੁੰਦੇ ਆ, ਨਹੀਂ ਤੇ ਸ਼ਸਤਰ ਸੇਲ ਨਹੀਂ ਹੁੰਦੇ। ਤੇ ਫਿਰ ਕਿੰਨੀ ਕੁ ਮੰਨਦੇ ਹੋ ਕਿ ਇਨਕਮ ਹੋ ਜਾਂਦੀ ਆ ਮਹੀਨੇ ਦੀ? ਦੱਸ ਦਿਓ, ਡੇਲੀ ਦੱਸ ਦਿਓ। ਮਹੀਨੇ ਦੇ ਵਿੱਚ ਤਾਂ ਸਿਰਫ ਕਹਿ ਲਓ 5 ਜਾਂ 7 ਹਜ਼ਾਰ ਹੀ ਹੁੰਦਾ ਹੈ। ਉੱਦਾਂ ਵੀ ਕੋਈ ਸਮਾਗਮ ਹੁੰਦਾ ਉਹਦੇ ਵਿੱਚ ਕਈ ਵਾਰੀ ਦਿਨ ਦੇ ਵਿੱਚ 500 ਰੁਪਏ ਦਿਹਾੜੀ ਵੀ ਬਣਦੀ ਹੈ, 1000 ਵੀ ਬਣ ਜਾਏ, ਵੱਧ ਵੀ ਬਣ ਜਾਂਦੇ, ਘੱਟ ਵੀ ਬਣ ਜਾਂਦੇ ਆ। ਉਹ ਤਾਂ ਕਦੇ ਕਦੇ ਹੋ ਗਿਆ। ਹਾਂਜੀ। ਕੀ ਤੁਸੀਂ ਸੰਤੁਸ਼ਟ ਜੇ ਕਿ ਇੰਨੇ ਕੁ ਕਮਾਈ ਦੇ ਨਾਲ, ਇੰਨੇ ਕੁ ਰੁਜ਼ਗਾਰ ਦੇ ਨਾਲ ਘਰ ਦਾ ਖਰਚਾ ਚੱਲ ਸਕਦਾ? ਹਾਂਜੀ, ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਵੀ ਜਿੰਨੇ ਕੁ ਗੁਰੂ ਸਾਹਿਬ ਮੈਨੂੰ ਮਾਇਆ ਦਿੰਦੇ ਆ ਉਹਦੇ ਹੀ ਮੈਂ ਦਸਵੰਧ ਕੱਢ ਕੇ ਹਨਾ ਤੇ ਆਪ ਦਾ ਤੇਲ ਪਾਣੀ ਦਾ ਖਰਚਾ ਕੱਢ ਕੇ ਉਸ ਤੋਂ ਬਾਅਦ ਜਿਹੜੀ ਮਾਇਆ ਬਚਦੀ ਆ ਉਹ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਦਾ ਹਾਂ। ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ ਪ੍ਰਚਾਰ? ਜੀ ਹਾਂਜੀ, ਗੁਰੂ ਸਾਹਿਬ ਕਰੇ ਕਿਰਪਾ, ਇਦਾਂ ਹੀ ਲਗਾਤਾਰ ਜਿਹੜੀ ਕਿਰਤ ਵੀ ਤੇ ਨਾਲ ਪ੍ਰਚਾਰ ਵੀ ਹਮੇਸ਼ਾ ਜਾਰੀ ਰਹੇਗਾ। ਸੋ ਦੋਸਤੋ, ਇਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਸਾਡੇ ਵੀ ਮਨ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਬੇਸ਼ੱਕ ਸਾਡੇ ਵਰਗੇ ਨੌਜਵਾਨ ਗੁਰੂ ਦੀ ਸਿੱਖਿਆ ਤੇ ਪੂਰੇ ਨਹੀਂ ਉਤਰ ਪਾਏ, ਬਹੁਤਾਤ ਅਜਿਹੇ ਨੌਜਵਾਨਾਂ ਦੀ ਹੈ ਜਿਨ੍ਹਾਂ ਦਾ ਗਿਲਾ ਆਪਣੇ ਪਰਿਵਾਰ ਨਾਲ, ਸਮਾਜ ਨਾਲ ਵੀ ਤੇ ਕਿਤੇ ਕਿਤੇ ਗੁਰੂ ਪ੍ਰਤੀ ਵੀ ਹੁੰਦਾ ਹੈ ਕਿ ਸਾਨੂੰ ਜਿਹੜਾ ਆ ਚੰਗਾ ਰੁਜ਼ਗਾਰ ਨਹੀਂ ਮਿਲ ਸਕਿਆ, ਚੰਗਾ ਸਮਾਜ ਨਹੀਂ ਮਿਲ ਸਕਿਆ, ਅਸੀਂ ਅੱਗੇ ਨਹੀਂ ਵੱਧ ਸਕੇ।
ਸੋ ਅਜਿਹੇ ਨੌਜਵਾਨ ਸਾਡੇ ਲਈ ਪ੍ਰੇਰਨਾ ਸਰੋਤ ਨੇ ਕਿ ਜਿਹੜੇ ਆਪਣੇ ਘਰ ਪਰਿਵਾਰ 'ਚ ਰਹਿ ਕੇ ਆਪਣੇ ਛੋਟੇ ਜਾਂ ਥੋੜ੍ਹੇ ਰੁਜ਼ਗਾਰ 'ਚ ਵੀ ਰਹਿ ਕੇ ਗੁਰੂ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ। ਸੋ ਮੇਰੀ ਵੀ ਸਮੂਹ ਨੌਜਵਾਨਾਂ ਨੂੰ ਸਿੱਖ ਕੌਮ ਨਾਲ ਸੰਬੰਧਿਤ ਜਾਂ ਗੈਰ ਸਿੱਖ ਆ ਉਹਨਾਂ ਨੂੰ ਵੀ ਅਪੀਲ ਆ ਕਿ ਅਜਿਹੇ ਨੌਜਵਾਨਾਂ ਕੋਲੋਂ ਸੇਧ ਲੈਣੀ ਚਾਹੀਦੀ ਆ ਔਰ ਸਿੱਖੀ ਪ੍ਰਤੀ ਜਿਹੜਾ ਆ ਪਰਪੱਕ ਹੋਣ ਨੂੰ ਪਹਿਲ ਦੇਣੀ ਚਾਹੀਦੀ ਆ। ਸੋ ਤੁਸੀਂ ਸਾਡੇ ਨਾਲ ਇਵੇਂ ਜੁੜੇ ਰਹਿਣਾ, ਅਸੀਂ ਤੁਹਾਨੂੰ ਹੋਰ ਵੀ ਅਜਿਹੀਆਂ ਤਸਵੀਰਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਸੋ ਅਜਨਾਲਾ ਤੋਂ ਗੁਰਿੰਦਰ ਸਿੰਘ ਬਾਠ ਦੀ ਵਿਸ਼ੇਸ਼ ਰਿਪੋਰਟ।